370 ਤੇ ਨਵੇਂ ਖੇਤੀ ਕਾਨੂੰਨਾਂ ਬਾਰੇ ਫੈਸਲਿਆਂ ਤੋਂ ਨਹੀਂ ਹਟਣਗੇ ਪਿੱਛੇ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਟਾਂਡਾ ਗੈਂਗ ਰੇਪ ਅਤੇ ਹੱਤਿਆ ਮਾਮਲੇ 'ਚ ਪੀੜਿਤ ਪਰਿਵਾਰ ਨਾਲ ਕੀਤੀ ਮੁਲਾਕਾਤ। ਕਿਹਾ ਪੀੜਿਤ ਪਰਿਵਾਰ ਦੀ ਕੀਤੀ ਜਾਵੇਗੀ ਹਰ ਮਦਦ। ਸਰਬਜੀਤ ਕੌਰ ਮਾਣੂਕੇ ਨੇ ਟਾਂਡਾ ਗੈਂਗ ਰੇਪ ਤੇ ਹੱਤਿਆ ਮਾਮਲੇ 'ਚ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ। ਕਿਹਾ ਚੌਰਾਹੇ 'ਚ ਦਿੱਤੀ ਜਾਵੇ ਦੋਸ਼ੀ ਨੂੰ ਸਜ਼ਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਆਪਣੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਧਾਰਾ 370 ਤੇ ਨਵੇਂ ਖੇਤੀ ਕਾਨੂੰਨਾਂ ਬਾਰੇ ਫੈਸਲਿਆਂ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉਹਨਾਂ ਵਿਰੋਧੀ ਧਿਰਾਂ ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਮੰਡੀ ਤੇ MSP ਤਾਂ ਬਹਾਨਾ ਹੈ, ਅਸਲ ਵਿੱਚ ਦਲਾਲਾਂ ਤੇ ਵਿਚੋਲਿਆਂ ਨੂੰ ਬਚਾਉਣਾ ਹੈ। मैं जवानों और किसानों की भूमि बिहार से इन लोगों को एक बात एकदम स्पष्ट कहना चाहता हूं। ये लोग जिसकी चाहे मदद ले लें, देश अपने फैसलों से पीछे नहीं हटेगा। भारत अपने फैसलों से पीछे नहीं हटेगा। भाई और बहनों, इन लोगों को आपकी जरूरतों से कभी सरोकार नहीं रहा। इनका ध्यान रहा है अपने स्वार्थों पर, अपनी तिजोरी पर। यही कारण है कि भोजपुर सहित पूरे बिहार में लंबे समय तक बिजली, सड़क, पानी जैसी मूल सुविधाओं का विकास नहीं हो पाया। हालत ये थी कि कैमूर में जिस दुर्गावती सिंचाई परियोजना का शिलान्यास, आप याद रखिए ये सारी बातें, कैमूर में जिस दुर्गावती सिंचाई परियोजना का शिलान्यास बाबू जगजीवन राम जी ने 70 के दशक में किया था, 70 के दशक में, वो इतने वर्षों में भी पूरी नहीं हुई थी। इस काम को एनडीए सरकार ही पूरा कर रही है। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਟਾਂਡਾ ਗੈਂਗ ਰੇਪ ਅਤੇ ਹੱਤਿਆ ਮਾਮਲੇ 'ਚ ਪੀੜਿਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਸਰਕਾਰ ਨੂੰ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਤੇ ਪੀੜਿਤ ਪਰਿਵਾਰ ਦੀ ਹਰ ਬਣਦੀ ਮਦਦ ਕੀਤੀ ਜਾਵੇਗੀ। ਸੰਜੀਦਾ ਮੁੱਦਾ ਹੈ ਹੁਣ ਪੰਜਾਬ ਵਾਸਤੇ। ਸਾਡੇ ਪੰਜਾਬ ਵਿੱਚ ਪਹਿਲੇ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ। ਟੈਰਰਿਜ਼ਮ ਵੀ ਸੀ। ਤੁਸੀਂ ਏਦਾਂ ਦਾ ਸੁਣਿਆ ਸੀ? ਛੋਟੀ ਛੋਟੀ ਬੱਚੀਆਂ ਦੇ ਰੇਪ ਹੋ ਰਹੇ ਨੇ, ਸੁਣਿਆ ਸੀ? ਧੀਆਂ ਭੈਣਾਂ ਤੇ ਹਰ ਕਿਸ ਦੇ ਘਰ। ਅੱਜ ਤੁਹਾਡਾ ਵੀ ਪਰਸਨਲੀ ਮਨ ਦੁਖੀ ਹੋਏਗਾ ਨਾ। ਹੁਣ ਮੈਨੂੰ SSP ਸਾਹਿਬ ਇਹਨਾਂ ਨੇ ਅੱਖਾਂ ਭਰੀਆਂ ਹੋਈਆਂ ਸੀ ਜਦੋਂ ਮੈਂ ਆਫਿਸ ਵਿੱਚ ਗਈ ਹਾਂ। ਕਹਿੰਦੇ ਇੰਨੀ ਕੋ ਬੱਚੀ, ਇੰਨੀ ਕੋ ਡੈਡ ਬੋਡੀ ਦੇਖ ਕੇ ਮਨ ਬੜਾ ਖਰਾਬ ਹੋਇਆ ਤੇ ਅੱਖਾਂ ਭਰ ਆਈਆਂ ਇਹਨਾਂ ਦੀ ਦੱਸਦੇ ਹੋਏ, ਕਿਉਂਕਿ ਦੁੱਖ ਹੋਇਆ ਇਸ ਕਰਕੇ ਧੀ ਭੈਣ ਸਭ ਅੱਜ ਨੂੰ ਇਹਨਾਂ ਨਾਲ ਹੋਇਆ, ਕੱਲ ਨੂੰ ਕਿਸੇ ਹੋਰ ਦੇ ਨਾਲ ਵੀ ਹੋਏਗਾ। ਤੇ ਪਰ ਇਹਦੀ ਰੂਟ ਕੋਜ਼ ਤੱਕ ਤਾਂ ਜਾਈਏ। ਸਮਾਂ ਬਦਲਣਾ ਚਾਹੀਦਾ ਹੈ। ਸਭ ਪਤਾ ਇਹਦੇ ਚ ਸਿਰਫ ਪਬਲਿਕ ਹੀ ਅਵੇਅਰਨੈਸ ਲਿਆ ਸਕਦੀ ਹੈ। ਤੁਹਾਨੂੰ ਲੋਕਾਂ ਨੂੰ ਮੀਡੀਆ ਦਾ ਤਾਂ ਜੋ ਰੋਲ ਹੈ, ਮੀਡੀਆ ਅੱਗੇ ਨਾਲੋਂ ਬਹੁਤ ਸਜਗ ਹੋ ਗਈ ਹੈ। ਤੁਸੀਂ ਏਦਾਂ ਦੇ ਮੁੱਦੇ ਚੁੱਕਦੇ ਹੋ, ਅੱਗੇ 50% ਤੋਂ ਜ਼ਿਆਦਾ ਮੁੱਦੇ ਤੇ ਸਾਹਮਣੇ ਹੀ ਨਹੀਂ ਆਉਂਦੇ। ਜਿਨ੍ਹਾਂ ਬੱਚੀਆਂ ਦੇ ਨਾਲ ਮਾੜਾ ਹੁੰਦਾ, ਔਰਤਾਂ ਦੇ ਨਾਲ, ਕੁੜੀਆਂ ਦੇ ਨਾਲ ਰਾਹ ਜਾਂਦੀ ਕੁੜੀਆਂ ਨੂੰ ਲੋਕੀ ਛੇੜ ਛੱਡਦੇ ਨੇ। ਕੁੜੀਆਂ ਘਰ ਆ ਕੇ ਮਾਵਾਂ ਨੂੰ ਦੱਸਦੀਆਂ ਨੇ, ਮਾਵਾਂ ਵੀ ਨਹੀਂ ਅੱਗੇ ਆਉਂਦੀਆਂ। ਪਤਾ ਹੀ ਨਹੀਂ ਕੁੜੀਆਂ ਨੂੰ ਕੀ ਹੋਣਾ। ਤੇ ਇਹ ਮੀਡੀਆ ਦਾ ਬਹੁਤ ਵੱਡਾ ਰੋਲ ਹੈ, ਪਰ ਇਹ ਇਨਫ ਨਹੀਂ ਹੈਗਾ। ਬਹੁਤ ਸਾਰਾ ਕੰਮ ਦੀ ਜ਼ਰੂਰਤ ਹੈ। ਪਲੀਜ਼ ਬਹਿਸ਼ਕਾਰ ਕਰਨਾ ਚਾਹੀਦਾ ਬਹਿਸ਼ਕਾਰ ਕਰਨਾ ਚਾਹੀਦਾ ਇਹ ਲੋਕਾਂ ਦਾ। ਬਿਲਕੁਲ ਇਹੋ ਜਿਹੇ ਪਰਿਵਾਰ ਦਾ ਬਹਿਸ਼ਕਾਰ ਹੋਣਾ ਚਾਹੀਦਾ ਹੈ। ਜਿਹੜੇ ਕਾਨੂੰਨ ਦੇ ਰਖਵਾਲੇ ਬਣੇ ਹੋਏ ਨੇ, ਉਹਨਾਂ ਨੂੰ ਇਹੋ ਜਿਹੇ ਵਕੀਲਾਂ, ਜਿਹੜੇ ਐਡਵੋਕੇਟ ਨੇ, ਇਹੋ ਜਿਹੇ ਕੇਸ ਨਹੀਂ ਲੜਨੇ ਚਾਹੀਦੇ। ਮੇਰਾ ਤੇ ਮੰਨਣਾ ਹੈ, ਮਨ ਇੰਨਾ ਦੁਖੀ ਹੈ ਬੀਇੰਗ ਏ ਮਦਰ, ਬੀਇੰਗ ਏ ਔਰਤ। ਇਹ ਵੀ ਮੈਨੂੰ ਲੱਗਦਾ ਹੈ ਕਿ ਫਾਂਸੀ ਤੋਂ ਬਾਅਦ 15 ਦਿਨ ਤੱਕ ਡੈਡ ਬੋਡੀ ਨੂੰ ਚੁਰਾਹੇ 'ਚ ਹੈਂਗ ਕਰ ਦੇਣਾ ਚਾਹੀਦਾ ਹੈ ਕਿ ਇੱਕ ਲੈਸਨ ਮਿਲੇ ਸਮਾਜ ਨੂੰ ਇਹੋ ਜਿਹੇ ਲੋਕਾਂ ਵਾਸਤੇ। ਤੇ ਫਾਂਸੀ ਦੀ ਜੋ ਸਜ਼ਾ ਮੁਕਰਰ ਹੈ ਉਹ ਹੋਏਗੀ। ਹੁਣ ਇਹ ਬੜੇ ਉਮਦਾ ਆਫੀਸਰ ਨੇ, ਇਹ 3-4 ਦਿਨ ਵਿੱਚ ਇਹਨਾਂ ਦਾ ਚਲਾਨ ਪੇਸ਼ ਕਰਨਗੇ। ਉਸ ਤੋਂ ਬਾਅਦ ਜਿਵੇਂ ਹੀ ਚਲਾਨ ਪੇਸ਼ ਹੋਏਗਾ ਤੇ ਉਹਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨੂੰ ਹਾਈ ਕੋਰਟ ਨੂੰ ਵੀ ਲਿਖਾਂਗੇ ਕਿ ਉਹਨੂੰ ਹੈਂਗ ਆਊਟ ਕਰ ਦਿੱਤਾ ਜਾਏ। ਕਮਿਸ਼ਨ ਵੱਲੋਂ ਇਹਨਾਂ ਦੀ ਬੇਟੀਆਂ ਦੀ ਜਿਹੜੀ ਬਾਕੀ ਐਜੂਕੇਸ਼ਨ ਹੈ, ਕਮਿਸ਼ਨ ਇਹਦੀ ਰਿਸਪੌਂਸਿਬਿਲਿਟੀ ਲੈਂਦਾ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਾਂਗੇ। ਬਾਕੀ ਜੋ ਵੀ ਇਹਨਾਂ ਦੀ ਹੈਲਪ ਸਰਕਾਰ ਵੱਲੋਂ ਤੈਅ ਹੋਈ ਹੈ, ਜੋ ਵੀ ਹੈਲਪ ਹੋਏਗੀ ਹਰ ਹੈਲਪ ਕੀਤੀ ਜਾਏਗੀ। ਸਰਪੰਚ ਸਾਹਿਬ ਨੂੰ ਆਪਾਂ ਉਹਨਾਂ ਦੇ ਨਾਲ ਰੱਖਦੇ ਰਾਂਗੇ, ਕੰਟੈਕਟ ਰੱਖਦੇ ਰਾਂਗੇ।
ਉੱਥੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਟਾਂਡਾ ਗੈਂਗ ਰੇਪ ਤੇ ਹੱਤਿਆ ਮਾਮਲੇ 'ਚ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਦੋਸ਼ੀ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅਜਿਹਾ ਨਾ ਕਰ ਸਕੇ। ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਜੀ, ਮੇਰੀ ਇੱਕੋ ਹੀ ਗੱਲ ਆ ਜਿਹਦੇ ਤੇ ਮੈਂ ਥੋੜੀ ਜਿਹੀ ਗੱਲ ਕਹੂੰਗੀ। ਮਹਿਲਾ ਉਦਯੋਗ ਦੇ ਵੀ ਆਪਣੇ ਐਫਰਟਸ ਕਰਨੇ ਚਾਹੀਦੇ ਆ ਉਹਨਾਂ ਨੂੰ, ਪਰ ਜੇ ਇੱਕ ਕਾਂ ਮਾਰ ਕੇ ਟੰਗ ਦੋ, ਮੇਰੇ ਖਿਆਲ 'ਚ ਕਾਵਾਂ ਦੀ ਕਾਂ ਖਤਮ ਹੋ ਜੇ। ਸਰਕਾਰ ਨੇ ਫਾਸਟ ਟਰੈਕ ਦਾ ਕੇਸ ਕੋਰਟ ਬਣਾਈ ਹੋਈ ਆ, ਵਕੀਲ ਬਿਠਾਤੇ, ਜੱਜ ਬਿਠਾਤੇ, ਸਾਰੇ ਬਿਠਾਤੇ। ਜੇ ਆਪਾਂ ਫਾਸਟ ਟਰੈਕ ਦੇ ਕੋਰਟ ਨੂੰ 6 ਮਹੀਨੇ ਦੇ ਵਿੱਚ ਦਲੀਲ, ਅਪੀਲ ਤੇ ਸਜ਼ਾ ਦੀ ਮੁੜ ਕੇ ਕਿਸੇ ਕਾਰਵਾਈ ਨਾ ਹੋਵੇ ਤੇ ਕਿਉਂ ਨਹੀਂ ਅਸੀਂ ਜਿਹੜਾ ਬੱਚਾ ਇੱਕ ਮੈਂ ਉਸ ਮਾਂ ਦੇ ਨਾਲ ਅੱਜ ਫੇਰ ਹੀ ਹਮਦਰਦੀ ਕਰਦੀ ਹਾਂ ਉਹਦੇ ਏਰੀਏ 'ਚ ਬੈਠ ਕੇ ਵੀ ਤੂੰ ਰਾਖਸ਼ ਨਹੀਂ ਜੰਮਿਆ ਜਾਣਾ, ਤੂੰ ਦਰਿੰਦਾ ਨਹੀਂ ਜੰਮਿਆ ਹੋਣਾ, ਪਰ ਤੇਰੇ ਆਲੇ ਦੁਆਲੇ ਦੇ ਸਰਕਮਸਟੈਂਸਸ ਇਹ ਮਾੜੇ ਆ, ਤੇਰੇ ਪੁੱਤ ਨੂੰ ਦਰਿੰਦਾ ਬਣਾ ਕੇ ਧਰਤਾ। ਕਿੱਥੇ ਤੂੰ ਪੁੱਤ ਨੂੰ, ਕਿੱਥੇ ਉਹ ਭਗਤ ਸਿੰਘ ਦੀ ਮਾਂ ਜਿਹੜੀ ਅੱਜ ਮਾਣ ਨਾ ਕਹਿੰਦੀ ਹੁੰਦੀ ਸੀ ਮੇਰਾ ਪੁੱਤ ਜੰਮਿਆ, ਦੇਖੋ ਪੰਜਾਬ ਦੇ ਲੋਕੋ, ਕਿੱਥੇ ਅੱਜ ਤੂੰ ਮੂੰਹ ਲੁਕਾਉਂਦੀ ਫਿਰਦੀ ਹੋਵੇਂਗੀ ਇਹੋ ਜਿਹਾ ਦਰਿੰਦਾ ਮੈਂ ਜੰਮਿਆ। ਚੰਗਾ ਹੁੰਦਾ ਤੂੰ ਗੋਦ 'ਚ ਹੀ ਮਾਰ ਦਿੰਦੀ ਇਹੋ ਜਿਹੇ ਦਰਿੰਦੇ ਨੂੰ। ਜੇ ਫਾਸਟ ਟਰੈਕ ਦੀ ਕੋਰਟ ਹੁੰਦੀ ਤੇ 6 ਮਹੀਨੇ ਵਿੱਚ ਅਪੀਲ, ਦਲੀਲ ਤੇ ਸਜ਼ਾ ਹੋਵੇ, ਸਜ਼ਾ ਚੌਂਕ ਦੇ ਵਿੱਚ ਹੋਵੇ, ਕਿਵੇਂ ਇਹੋ ਜਿਹਾ ਕੁਛ ਹੋ ਜਾਊਗਾ। ਬੇਸ਼ੱਕ ਅਸੀਂ ਘਰ ਘਰ ਜਾ ਕੇ ਮੈਂ ਕਰ ਦਿੰਦੀ ਹਾਂ ਬੀਬੀ ਨੂੰ ਸੁਚੇਤ ਵੀ ਬੀਬੀ ਤੂੰ ਨਾ ਆਪਦੀਆਂ ਧੀਆਂ ਨੂੰ ਸਮਝਾ ਕੇ ਰੱਖ, ਬਾਹਰ ਨਾ ਨਿਕਲਣ। ਕੀ ਗੱਲ ਅਸੀਂ ਧੀਆਂ ਕੈਦ ਕਰਨ ਨੂੰ ਰੱਖੀਆਂ ਹੋਈਆਂ? ਸਾਡੀਆਂ ਧੀਆਂ ਸਮਾਜ ਦੇ ਵਿੱਚ ਖੁੱਲੀਆਂ ਨਹੀਂ ਘੁੰਮਣਗੀਆਂ। ਧੀ ਭਾਵੇਂ ਕਿਸੇ ਦੀ ਨੰਗੀ ਵੀ ਜਾ ਰਹੀ ਹੈ, ਸਮਾਜ ਦੇ ਵਹਿਸ਼ੀ ਦਰਿੰਦਿਆਂ ਨਾਲ ਮਜਾਲ ਕੀ ਪੈ ਜੇ ਉਹਦੇ ਵੱਲ ਅੱਖ ਚੱਕ ਕੇ ਦੇਖਣੀ ਹੈ। ਸਾਡੀਆਂ ਧੀਆਂ ਹਮੇਸ਼ਾ ਅਸੀਂ ਪੱਲੂਆਂ 'ਚ, ਖੰਭਾਂ 'ਚ ਲੁਕੋ ਕੇ ਰੱਖੀਏ ਤਾਂ ਹੀ ਸੁਰੱਖਿਅਤ ਆ। ਇਹ ਧੀ ਅੱਜ ਇਹਦੀ ਨਹੀਂ ਹੈ, ਕੋਈ ਜ਼ਰੂਰੀ ਨਹੀਂ ਹੈ ਧੀ ਅੱਜ ਅਮੀਰ ਦੀ ਹੋਵੇ ਜਾਂ ਗਰੀਬ ਦੀ, ਕਿਤੇ ਵੀ ਸੁਰੱਖਿਅਤ ਨਹੀਂ। ਪੰਜਾਬ ਦੇ ਹਾਲਾਤ ਕਾਨੂੰਨ ਦੇ ਐਸੇ ਬਦ ਤੋਂ ਬੱਤਰ ਬਣਾ ਦਿੱਤੇ ਜਾ। ਅੱਜ ਜੇ ਲੋੜ ਆ ਕਾਨੂੰਨ ਨੂੰ, ਲੋੜ ਆ ਅਪਡੇਟ ਕਰਨ ਦੀ, ਅੱਜ ਜੇ ਲੋੜ ਆ ਫਾਸਟ ਟਰੈਕ ਨੂੰ ਅਧਿਕਾਰਾਂ ਤੇ ਕੰਮ ਕਰਨ ਦੀ ਲੋੜ ਆ, ਅੱਜ ਜੇ ਲੋੜ ਆ ਧੀਆਂ ਦੀ ਆਜ਼ਾਦੀ ਦੀ ਲੋੜ ਹੈ ਜੀ। ਟਾਂਡਾ 'ਚ 6 ਸਾਲਾ ਬੱਚੀ ਨਾਲ ਗੈਂਗ ਰੇਪ ਅਤੇ ਹੱਤਿਆ ਮਾਮਲੇ 'ਚ ਪੰਜਾਬ ਰਾਜ ਬਾਲ ਕਮਿਸ਼ਨ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਚਾਈਲਡ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ ਹੈ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਬੱਚੀ ਦੇ ਇਨਸਾਫ ਲਈ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਪ੍ਰਸ਼ਾਸਨ ਕੋਲੋਂ 29 ਅਕਤੂਬਰ ਤੱਕ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਟਾਂਡਾ ਵਿਖੇ 6 ਸਾਲਾ ਬੱਚੀ ਦੇ ਨਾਲ ਬਲਾਤਕਾਰ ਔਰ ਉਸ ਤੋਂ ਬਾਅਦ ਉਸ ਦਾ ਕਤਲ ਕਰਨ ਔਰ ਉਸ ਨੂੰ ਅੱਗ ਹਵਾਲੇ ਕਰਨ ਦੀ ਜਿਹੜੀ ਇਹ ਖਬਰ ਸਾਹਮਣੇ ਆਈ ਹੈ, ਇਸ ਦੇ ਉੱਤੇ ਪੰਜਾਬ ਰਾਜ ਬਾਲ ਕਮਿਸ਼ਨ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਇਹ ਬੱਚੇ ਨਾਲ ਸੰਬੰਧਿਤ ਮਸਲਾ ਹੈ, ਇਸ ਦੇ ਉੱਤੇ ਪੋਕਸੋ ਦੀਆਂ ਧਾਰਾ ਲੱਗਣੀਆਂ ਚਾਹੀਦੀਆਂ ਹਨ ਔਰ ਪੋਕਸੋ ਦੀ ਧਾਰਾ 6 ਜਿਹੜੀ ਇਹ ਕਹਿੰਦੀ ਹੈ ਕਿ ਇਸ ਦੇ ਵਿੱਚ ਉਮਰ ਕੈਦ ਦੀ ਜਾਂ ਜਦੋਂ ਤੱਕ ਮੌਤ ਨਾ ਹੋ ਜਾਵੇ ਉਸ ਵੇਲੇ ਤੱਕ ਕੈਦ 'ਚ ਰੱਖਣ ਦੀ ਜਿਹੜੀ ਹੈ ਉਹ ਪ੍ਰੋਵੀਜ਼ਨ ਹੈ। ਔਰ ਇਸ ਜਿਹੜੇ ਦੋਸ਼ੀ ਨੇ ਔਰ ਇਸ ਕੇਸ ਦੇ ਵਿੱਚ ਇਹਨਾਂ ਦੋਸ਼ੀਆਂ ਦੇ ਵਿਰੁੱਧ ਜਿਹੜੀ ਹੈ ਇਹ ਪੋਕਸੋ ਦੀ ਧਾਰਾ 6 ਦੀ ਮੰਗ ਕਰਦੇ ਹੋਏ ਅਸੀਂ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਔਰ ਵਿਸਤ੍ਰਿਤ ਰਿਪੋਰਟ ਜਿਹੜੀ ਹੈ 29 ਤਰੀਕ ਤੱਕ ਮੰਗੀ ਹੈ ਕਿ ਇਹ ਦੋਸ਼ੀ ਕਿਸੇ ਵੀ ਹਾਲਾਤ ਦੇ ਵਿੱਚ ਬਖਸ਼ੇ ਨਹੀਂ ਜਾਣੇ ਚਾਹੀਦੇ। ਇਹ ਜੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜਿਹੜਾ ਕੇਸ ਹੈ ਇਹ ਫਾਸਟ ਟਰੈਕ ਕੋਰਟ ਦੇ ਵਿੱਚ ਚੱਲਣਾ ਚਾਹੀਦਾ ਤਾਂ ਕਿ ਸਮਾਜ ਦੇ ਵਿੱਚ ਅਜਿਹੀ ਕਾਨੂੰਨੀ ਹਰਕਤ ਦੀ ਕੋਈ ਜਿਹੜੀ ਸੋਚ ਵੀ ਨਾ ਸਕੇ ਔਰ ਇਹ ਸਮਾਜ ਦੇ ਉੱਤੇ ਇਹ ਜੀਆਂ ਜਿਹੜੀਆਂ ਘਟਨਾਵਾਂ ਨੇ ਉਹ ਕਲੰਕ ਹੁੰਦੀਆਂ ਨੇ। ਇਹ ਸਮਾਜ ਨੂੰ ਦੇ ਇੱਕ ਬਹੁਤ ਬੁਰਾਈ, ਵੱਡੀ ਬੁਰਾਈ ਕਹਿ ਸਕਦੇ ਹਾਂ। ਇਸ ਦੇ ਉੱਤੇ ਰੋਕ ਲੱਗਣੀ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਇਹ ਜਿਹਾ ਕਾਨੂੰਨਾ ਕਾਰਾ ਨਾ ਬਰਦਾਸ਼ਤਯੋਗ ਹੈ ਔਰ ਕਮਿਸ਼ਨ ਜਿਹੜਾ ਹੈ ਗੰਭੀਰ ਹੈ ਇਸ ਮਸਲੇ ਦੇ ਉੱਤੇ। ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਇੱਕ ਵੱਡਾ ਬਿਆਨ ਦਿੱਤਾ ਸੀ ਜਿਸ ਦਾ ਵਿਰੋਧ ਚਾਰੋਂ ਪਾਸੇ ਹੋ ਰਿਹਾ ਹੈ। ਉਹਨਾਂ ਕਿਹਾ ਹੈ ਕਿ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਕਿਸਾਨ ਨਹੀਂ ਬਲਕਿ ਵਿਚੋਲੀਏ ਕਰ ਰਹੇ ਨੇ। लेकिन प्रधानमंत्री मोदी जी ने कहा अब तो किसान भाई तुम अपनी मंडी में बेचना चाहते हो बेचो, लेकिन अगर तुम नहीं बेचना चाहते हो तो तुमको कोई रोकेगा नहीं, कोई जिला का बंदिश नहीं है, कोई प्रदेश की बंदिश नहीं है, कहीं भी तुम अपना सामान बेच सकते हो। ये आजादी दी तो मोदी जी ने दी है, ये हमको ध्यान में रखना चाहिए। और बात बताऊं आपको पंजाब के किसानों के बारे में, ये किसान का आंदोलन नहीं है, ये बिचौलियों का आंदोलन है, समझो आप। पंजाब में तो किसान की चार जी, मेरे को आप करेक्ट कर देना, गलती बोलूंगा तो मुझे रोक देना कि पंजाब, और चुक साहब आप भी, आप क्या सच्चाई नहीं है कि आपके यहां मंडी में आप अपना आरती भी नहीं बदल सकते?
जिस आढ़ती के पास आपका सामान जाता है उसी को बेचना पड़ेगा और किसी को आप नहीं बेच सकते हो। यह गुलामी की हालत खड़ी कर रखी थी, जिसको मोदी जी ने आजाद कर दिया। इसको हमको समझना चाहिए, यह है आजादी। ਉੱਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਚੀਮਾ ਨੇ ਜੇਪੀ ਨੱਡਾ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ। ਦਲਜੀਤ ਚੀਮਾ ਨੇ ਕਿਹਾ ਹੈ ਕਿ ਜੇਪੀ ਨੱਡਾ ਦੇ ਇਸ ਬਿਆਨ ਨੇ ਕਿਸਾਨਾਂ ਦੇ ਅੱਲੇ ਜ਼ਖਮ ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਜੇਪੀ ਨੱਡਾ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਤੇ ਕਿਸਾਨਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੱਡਾ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਕਿਸਾਨਾਂ ਦੇ ਅੱਲੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲਾ, ਕਿਉਂਕਿ ਜਿਹੜੇ ਕਿਸਾਨ ਆਪਣੀਆਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਇਹ ਕਹਿਣਾ ਕਿ ਵਿਚੋਲੀਏ ਆ, ਮੈਂ ਸਮਝਦਾ ਇਸ ਤੋਂ ਮਾੜੀ ਔਰ ਮੰਦਭਾਗੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਮੈਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਮਸਲੇ ਦਾ ਹੱਲ ਕਰਨਾ ਜਾਂ ਨਾ ਕਰਨਾ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਘੱਟੋ ਘੱਟ ਜ਼ਿਮੀਂਦਾਰਾਂ ਨੂੰ ਤੁਸੀਂ ਅਪਮਾਨਿਤ ਨਾ ਕਰੋ। ਪਹਿਲਾਂ ਉਹਨਾਂ ਨੂੰ ਦਿੱਲੀ ਬੁਲਾ ਲਿਆ ਤੇ ਆਪਣੀਆਂ 10 ਟੀਮਾਂ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਪ੍ਰਚਾਰ ਕਰਨ ਵਾਸਤੇ ਤੋਰ ਦਿੱਤੀਆਂ ਤੇ ਦਿੱਲੀ ਇੱਕ ਅਫਸਰ ਉਹਨਾਂ ਦੇ ਅੱਗੇ ਬਿਠਾ ਕੇ ਉਹਨਾਂ ਨੂੰ ਜੇਲ੍ਹ ਕੀਤਾ। ਹੁਣ ਜੇ ਉਹ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ ਤੇ ਤੁਸੀਂ ਕਹਿੰਦੇ ਵਿਚੋਲੀਏ ਆ, ਫਲਾਣੇ ਆ, ਮੈਂ ਸਮਝਦਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ, ਹਾਲਾਤ ਖਰਾਬ ਨਹੀਂ ਕਰਨੇ ਚਾਹੀਦੇ। ਇਹ ਬਿਆਨ ਵਾਪਸ ਲੈਣਾ ਚਾਹੀਦਾ ਔਰ ਸਾਰੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ। ਕਸ਼ਮੀਰ 'ਚ ਸਿੱਖ ਜਥੇਬੰਦੀਆਂ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਦੌਰਾਨ ਉਹਨਾਂ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਆਪਣੀ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਕਸ਼ਮੀਰ 'ਚ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਵੀ ਕੇਂਦਰੀ ਮੰਤਰੀ ਦੇ ਧਿਆਨ 'ਚ ਲਿਆਂਦਾ ਗਿਆ। ਕਸ਼ਮੀਰ ਦੀਆਂ ਕੁਝ ਜਥੇਬੰਦੀਆਂ ਤੇ ਪੰਜਾਬ ਦੀ NGO ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉਹਨਾਂ ਕੇਂਦਰੀ ਮੰਤਰੀ ਨੂੰ ਕਸ਼ਮੀਰ 'ਚ ਸਿੱਖਾਂ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਤੇ ਮੰਗ ਕੀਤੀ ਹੈ ਕਿ ਕਸ਼ਮੀਰ 'ਚ ਸਿੱਖਾਂ ਦੇ ਰੁਜ਼ਗਾਰ ਲਈ ਵੱਖ ਤੋਂ ਰਿਜ਼ਰਵੇਸ਼ਨ ਰੱਖੀ ਜਾਵੇ। ਇਸ ਤੋਂ ਇਲਾਵਾ ਉਹਨਾਂ ਕਸ਼ਮੀਰ 'ਚ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਵੀ ਕੇਂਦਰੀ ਮੰਤਰੀ ਦੇ ਧਿਆਨ 'ਚ ਲਿਆਂਦਾ। ਜੀ ਸਾਡੀ ਮੀਟਿੰਗ ਸੀ ਸਿੱਖ ਪ੍ਰੋਗਰੈਸਿਵ ਦੀ ਤੇ ਅਸੀਂ ਸਭ ਦਾ ਪਹਿਲੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਟਾਈਮ ਹੀ ਦਿੱਤਾ ਤੇ ਸਾਡੇ 1 ਸਾਲ ਦੇ ਜਿਹੜੇ ਕੰਮ ਸਨ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਸੁਣਿਆ ਤੇ ਅੱਗੇ ਵੀ ਕੰਮ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਦਾ ਵੀ ਤੁਹਾਨੂੰ ਜਿੰਨੀ ਵੀ ਸਕੀਮ ਸਾਥ ਮਿਲੇਗਾ। ਤੇ ਮੈਂ ਜੰਮੂ ਕਸ਼ਮੀਰ ਤੋਂ ਬਿਲੋਂਗ ਕਰਦਾ ਔਰ ਮੈਂ ਕਸ਼ਮੀਰੀ ਜਨਰਲ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਵੀ ਹਾਂ ਤੇ ਮੈਂ ਕਸ਼ਮੀਰ ਦੇ ਜਿਹੜੇ ਸਿੱਖਾਂ ਨਾਲ ਜ਼ਿਆਦਤੀ ਹੋ ਰਹੀ ਹੈ ਖਾਸ ਕਰ ਪਿਛਲੇ 70 ਸਾਲ ਤੋਂ ਤੇ ਸਾਡਾ ਮਿਨੋਰਟੀ ਸਟੇਟਸ ਹਾਲੇ ਤੱਕ ਨਹੀਂ ਮਿਲਿਆ ਸਾਨੂੰ। ਮੈਂ ਉਹਦੀ ਗੱਲ ਕੀਤੀ ਹੈ, ਫਿਰ ਪੁਰੀ ਸਾਹਿਬ ਨੇ ਉਸੇ ਟਾਈਮ ਹੋਮ ਸੈਕਟਰੀ ਨੂੰ ਫੋਨ ਕਰਕੇ ਆਸ਼ਵਾਸਨ ਦਿੱਤਾ ਕਿ ਅਸੀਂ ਉਹ ਜਲਦੀ ਤੋਂ ਜਲਦ ਇੰਪਲੀਮੈਂਟ ਕਰਾਂਗੇ ਕਿਉਂਕਿ ਯੂਟੀ ਬਣਨ ਤੋਂ ਬਾਅਦ ਤੇ ਉਹ ਬਹੁਤ ਜਲਦੀ ਹੋ ਜਾਣਾ ਚਾਹੀਦਾ ਸੀ ਲੇਕਿਨ ਅਜੇ ਤੱਕ ਹੋਇਆ ਨਹੀਂ। ਦੂਜਾ ਕੋਈ ਵੀ ਰਿਜ਼ਰਵੇਸ਼ਨ ਜਿਸ ਤਰ੍ਹਾਂ ਪੰਜਾਬੀ ਸਾਡੀ ਜੰਮੂ ਕਸ਼ਮੀਰ ਤੋਂ ਬਾਹਰ ਕੱਢੀ ਗਈ ਹੈ ਉਹ ਵੀ ਅਸਾਂ ਗੱਲ ਕੀਤੀ ਹੈ, ਉਹ ਵੀ ਉਹਨਾਂ ਨੇ ਦੱਸਿਆ ਕਿ ਪੰਜਾਬੀ ਬਾਰੇ ਅਸੀਂ ਕੋਈ ਨਾ ਕੋਈ ਸੋਚ ਕੇ ਜਿੰਨੇ ਵੀ ਪੰਜਾਬੀ ਲੋਕ ਪੜ੍ਹਦੇ ਨੇ ਉਹਨਾਂ ਵਾਸਤੇ ਅੱਛਾ ਕੰਮ ਕਰਾਂਗੇ ਉੱਥੇ। ਲੇਕਿਨ ਸਾਨੂੰ ਪੰਜਾਬੀ ਕਿਉਂਕਿ ਕਸ਼ਮੀਰ ਵਿੱਚ ਸਿੱਖ ਹੈ ਤੇ ਸਭ ਕੁਝ ਹੈ ਕਿਉਂਕਿ 47,000 ਸਰਦਾਰਾਂ ਨੇ ਕੁਰਬਾਨੀ ਦੇ ਕੇ 47 ਵਿੱਚ ਜਿਹੜਾ ਕੱਲ ਬਲੈਕ ਡੇ ਮਨਾਇਆ ਗਿਆ ਕਸ਼ਮੀਰ ਵਿੱਚ ਉਸ ਵਿੱਚ ਕਸ਼ਮੀਰੀ ਸਿੱਖਾਂ ਦਾ ਬਹੁਤ ਹੀ ਯੋਗਦਾਨ ਹੈ ਕਿਉਂਕਿ ਉਹਨਾਂ ਨੇ ਬਹੁਤ ਹੀ ਸ਼ਹਾਦਤਾਂ ਦਿੱਤੀਆਂ, ਹਰ ਜਗ੍ਹਾ ਮੋਰਚੇ ਲਾਏ ਨੇ ਤੇ ਕਬਾਲੀਆਂ ਨੂੰ ਉਹਨਾਂ ਨੇ ਰੋਕਿਆ ਤੇ ਅੱਜ ਤੱਕ ਕੋਈ ਵੀ ਗਵਰਨਮੈਂਟ ਨੇ ਕਸ਼ਮੀਰ ਦੇ ਸਿੱਖਾਂ ਵਾਸਤੇ ਬਿਲਕੁਲ ਸੋਚਿਆ ਹੀ ਨਹੀਂ ਹੈ। ਤੇ ਜਿਸ ਤਰ੍ਹਾਂ ਉਹਨਾਂ ਨੇ ਕਸ਼ਮੀਰੀ ਪੰਡਤ ਉੱਥੋਂ 90 ਤੋਂ ਛੱਡ ਕੇ ਆ ਗਏ ਸਨ, ਅਸੀਂ ਚਾਹਾਂਗੇ ਜਿਹੜਾ ਕਸ਼ਮੀਰੀ ਸਰਦਾਰ ਹੈ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਪੈਕ ਵਿੱਚ ਨੌਕਰੀਆਂ ਦੇ ਜਾਣ ਤਾਂ ਕਿ ਜਿਹੜੀ ਸਾਰੀ ਯੂਥ ਹੈ ਉੱਥੇ ਇੰਗੇਜ ਹੋਏ। ਯੂਥ ਸਾਡੀ ਬਹੁਤ ਬੇਕਾਰ ਹੈ, ਪੜ੍ਹ ਲਿਖ ਕੇ ਸਾਡੇ ਗ੍ਰੈਜੂਏਟ M.Tech ਲੜਕੇ ਨੇ 15,000 ਦੇ ਆਸ-ਪਾਸ ਸਾਡੀ ਪਾਪੂਲੇਸ਼ਨ ਜਿਹੜੀ ਉੱਥੇ ਬੇਰੁਜ਼ਗਾਰ ਹੈ। ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ, ਕੋਈ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਪਹਾੜੀਆਂ ਵਾਸਤੇ ਰਿਜ਼ਰਵੇਸ਼ਨ ਕੀਤੀ ਹੈ। ਸਿੱਖ ਉੱਥੇ ਮੈਕਸਿਮਮ ਲੋਕ ਪਹਾੜੀ ਬੋਲਦੇ ਨੇ ਤੇ ਉਹਨਾਂ ਨੂੰ ਪਹਾੜੀਆਂ ਵਿੱਚ ਹੀ ਰਿਜ਼ਰਵੇਸ਼ਨ ਨਹੀਂ ਮਿਲ ਰਹੀ ਤੇ ਅਸੀਂ ਗਵਰਨਮੈਂਟ ਨਾਲ ਹੋਮ ਮਿਨਿਸਟਰ ਸਾਹਿਬ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੋਈ ਹੈ। ਆਲਰੇਡੀ ਅਸੀਂ ਜਿਹੜੇ ਸਾਡੇ ਲੈਫਟੀਨੈਂਟ ਗਵਰਨਰ ਜਿਹੜੇ ਮਨੋਜ ਸਿਨਹਾ ਸਾਹਿਬ ਉਹਨਾਂ ਨਾਲ ਹੀ ਉਹ ਸਾਡੀ ਗੱਲਬਾਤ ਚੱਲ ਰਹੀ ਹੈ ਤਾਂ ਕਿ ਕਸ਼ਮੀਰੀ ਸਿੱਖਾਂ ਨੂੰ ਉੱਥੇ ਸਟਰੋਂਗ ਕੀਤਾ ਜਾਏ। ਅੱਜ ਤੱਕ ਜਿਹੜਾ ਵੀ ਕਸ਼ਮੀਰੀ ਸਰਦਾਰ ਹੈ ਉੱਥੇ ਕਿਸੇ ਵੀ ਗਵਰਨਮੈਂਟ ਨੇ ਧਿਆਨ ਨਹੀਂ ਦਿੱਤਾ ਤੇ ਸਾਡੀ ਅਪੀਲ ਹੈ ਗਵਰਨਮੈਂਟ ਅੱਗੇ ਕਿ ਉਹਨਾਂ ਵਾਸਤੇ ਉਹਨਾਂ ਦਾ ਧਿਆਨ ਦੇ के ਉਹਨਾਂ ਨੂੰ ਉੱਥੇ ਸਟਰੋंग किया जाए। हाँ, लैंग्वेज को लेकर भी बातचीत हुई है तो उन्होंने आश्वासन दिलाया कि जो भी पंजाबी लोग हैं वहाँ पे उनके लिए अच्छा ही किया जाए। ਤੇ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।